खेतों से कढ़िया खेती कानूनों का गुस्सा। बरनाला दे विच बीजेपी आगू हरजीत गरेवाल का झोना किसानों ने पुट सुटिया। पुलिस के कोल पहुंचा मामला। बीजेपी तो बाद कांग्रेस के लीडरों से फुटिया किसानों का गुस्सा। रामपुरा फूल दे विच कैबिनेट मंत्री कांगड़ का किया गया घेराव। विरोध करके मंत्री नूं रद्द करना पिया प्रोग्राम। खेती कानूनों ते शरद पवार के बयान तो बाद सरकार ने दोहराई ऑफर। तोमर बोले इतराज दस्सण किसान कड्डांगे हल, पर किसान आगुआं दे रुख दे विच नहीं कोई बदलाव। कोटपुरा गोलीकांड की खारज रिपोर्ट के उत्ते सुप्रीम कोर्ट जाने की तैयारी दे विच पंजाब सरकार। सूत्रां दे हवाले तो खबर एजी दफ्तर नूं दिते गए हुक्म। हाई कोर्ट के फैसले नूं दित्ती जाएगी चुनौती। पावर कट ते भी नवजोत सिंह सिद्धू ने अपनी सरकार नूं दिखाए तेवर। कहा पंजाब च पावर कट ਜਾਂ ਦਫ਼ਤਰਾਂ 'ਚ ਏਸੀ ਦੀ ਵਰਤੋਂ ਤੇ ਰੋਕ ਲਗਾਉਣ ਦੀ ਜ਼ਰੂਰਤ ਨਹੀਂ। ਸਹੀ ਦਿਸ਼ਾ 'ਚ ਕੰਮ ਕਰਨ ਦੇ ਨਾਲ ਮਸਲਾ ਹੋਵੇਗਾ ਹੱਲ। ਬਿਜਲੀ ਕੱਟਾਂ ਨੂੰ ਲੈ ਕੇ ਸੂਬੇ ਦੀ ਸਿਆਸਤ ਦੇ ਵਿੱਚ ਆਇਆ ਕਰੰਟ। ਬਿਜਲੀ ਘਰਾਂ ਅੱਗੇ ਅਕਾਲੀ ਦਲ ਨੇ ਕੀਤਾ ਪ੍ਰਦਰਸ਼ਨ। ਅਕਾਲੀ ਦਲ ਨੇ ਪੱਖੀਆਂ ਵੰਡਣ ਦੀ ਚਲਾਈ ਮੁਹਿੰਮ। ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਘੇਰੇਗੀ ਮੁੱਖ ਮੰਤਰੀ ਦਾ 6ਵਾਂ ਫਾਰਮ ਹਾਊਸ। सजा कट के तिहाड़ जेल दे विचों रिहा होए ओपी चौटाला। अभय चौटाला बोले जे नहीं आई कोई कानूनी रुकावट तां ऐलनाबाद तो ही जिमनी चोण लड़नगे साबका सीएम। शहीदां नूं कैप्टन सरकार दी श्रद्धांजलि। बदले 17 सरकारी स्कूलों के नाम आजादी गुलाटियां अते सरहद ते कुर्बान जवानां दे नाम ते हुण होवेगी पछाण। 1.5 साल बाद टूरिस्टां दे नाल गुलजार होया कुल्लू मनाली। सैलानियों की वधी आमद। राफ्टिंग के कारोबार दे विच भी हो रहा इजाफा। सत श्री अकाल, स्वागत है। गौरव शुक्ला मैं हां तुहाडे नाल। बुलेटिन का आगाज करन जा रहे हैं। सब तो पहला गल होवेगी किसानां दी। किसानां दे वल्लों अंदोलन किया जा रहा है। 7 महीने तो दिल्ली दीआं बरूहां दे उत्ते किसान बैठे ने ते इस विचाले बीजेपी के आगुआं का विरोध भी लगातार पंजाब दे विच हरियाणा दे विच किसान जथेबंदियां ते किसान कर रहे हैं। खबर बरनाला तो है। खेती कानूनों के मसले नूं लैके किसानां च बीजेपी आगुआं प्रति काफ़ी गुस्सा है। इसलिए पंजाब के वख-वख थावां दे उत्ते बीजेपी आगुआं दा घेराव दीआं खबरां सामने आउंदियां ने। हुण बरनाला च किसानां ने नवें तरीके नाल रोष जताया। रोष जताया गया है हरजीत गरेवाल के खिलाफ। ਭਾਰਤੀ ਕਿਸਾਨ ਯੂਨੀਅਨ ਅਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਸੰਯੁਕਤ ਮੋਰਚੇ ਵੱਲੋਂ ਧਨੌਲਾ 'ਚ ਹਰਜੀਤ ਗਰੇਵਾਲ ਦੀ ਜੋ ਜ਼ਮੀਨ ਵਿੱਚ ਝੋਨਾ ਲਾਇਆ ਸੀ ਉਹ ਸਾਰਾ ਕਿਸਾਨ ਆਗੂ ਕੁੱਟ ਰਹੇ ਹਨ। ਖੇਤੀ ਕਾਨੂੰਨਾਂ ਨੂੰ ਲੈ ਕੇ ਬੀਜੇਪੀ ਆਗੂਆਂ ਦੇ ਪ੍ਰਤੀ ਲੋਕਾਂ ਦਾ ਗੁੱਸਾ ਕਾਇਮ ਹੈ। ਤਾਜ਼ਾ ਉਦਾਹਰਣ ਬਰਨਾਲਾ ਦੇ ਧਨੌਲਾ ਤੋਂ ਸਾਹਮਣੇ ਆਈ ਹੈ। ਇੱਥੇ ਕਿਸਾਨਾਂ ਨੇ ਕੁਝ ਖੇਤਾਂ ਦੇ ਵਿੱਚ ਲਾਇਆ ਝੋਨਾ ਨਸ਼ਟ ਕਰ ਦਿੱਤਾ। ਵੱਡੀ ਗਿਣਤੀ ਦੇ ਵਿੱਚ ਕਿਸਾਨ ਪਹੁੰਚੇ ਤੇ ਕੱਦੂ ਕੀਤੇ ਖੇਤਾਂ ਦੇ ਵਿੱਚ ਵੜ ਕੇ ਝੋਨਾ ਪੁੱਟ ਦਿੱਤਾ ਤੇ ਕੇਂਦਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਹ ਖੇਤ ਬੀਜੇਪੀ ਆਗੂ ਹਰਜੀਤ ਗਰੇਵਾਲ ਦੇ ਨੇ, ਜੋ ਅਕਸਰ ਹੀ ਕਿਸਾਨ ਅੰਦੋਲਨ ਨੂੰ ਲੈ ਕੇ ਸਵਾਲ ਚੁੱਕਦੇ ਰਹਿੰਦੇ ਨੇ। ਇਸ ਘਟਨਾਕ੍ਰਮ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਝੋਨਾ ਨਾ ਲਾਓ, ਕਿਉਂਕਿ ਇਕੱਲਾ ਗਰੇਵਾਲ ਜਿਹੜਾ ਸਾਡੇ ਕਿਸਾਨਾਂ ਦੇ ਵਿਰੋਧੀ ਬੋਲਦਾ ਹੈ, ਉਹੀ ਅਪਸ਼ਬਦ ਬੋਲਦਾ ਜਿਹੜੇ ਚੰਗੇ ਨਹੀਂ ਲੱਗਦੇ। ਤੇ ਅਸੀਂ ਉਹਨਾਂ ਨੂੰ ਇਸ ਗੱਲ ਤੇ ਕਿਹਾ ਵੀ ਅਸੀਂ ਉਹ ਮੰਨੇ ਨਹੀਂ। ਫਿਰ ਅਸੀਂ ਸਮਝਾਉਣ ਹੀ ਆਏ ਸੀ ਅੱਜ ਕਿ ਵਧੀਆ ਗੱਲ ਹੈ ਕਿ ਤੁਸੀਂ ਨਾ ਕਰੋ, ਹਰਜੀਤ ਦੀ ਲੋੜ ਹੈ ਤਾਂ ਉਹ ਆਪ ਲਾ ਲੈ ਝੋਨਾ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਮੌਬ ਨੇ ਉਦੋਂ ਪਹਿਲਾਂ ਹੀ ਉਹ ਸਾਰਾ ਝੋਨਾ ਵਾਹਤਾ ਜਾਂ ਖਰਾਬ ਕਰਤਾ। ਸੋ ਅਸੀਂ ਇਸ ਗੱਲ ਨੂੰ ਲੈ ਕੇ ਕੱਲ੍ਹ ਜੋ ਸਾਡੇ ਨਾਲ ਉਹਨਾਂ ਨੇ ਵਰਤਾਓ ਕੀਤਾ, ਸਾਡੀਆਂ ਔਰਤਾਂ ਨੂੰ ਮਾੜਾ ਚੰਗਾ ਕਿਹਾ, ਸਾਡੇ ਉਹਨਾਂ ਵਿਅਕਤੀਆਂ ਨੂੰ ਜਿਹੜੇ ਆਏ ਸੀ ਮਾੜਾ ਚੰਗਾ ਕਿਹਾ, ਜਿਹੜੇ ਸਮਝਾਉਣ ਆਏ ਸੀ, ਉਹਦੇ ਰੋਸ 'ਚ ਅੱਜ ਅਸੀਂ ਥਾਣੇ ਆਏ ਹਾਂ। ਹਰਜੀਤ ਗਰੇਵਾਲ ਦਾ ਰੁਖ ਵੀ ਕਿਸਾਨਾਂ ਨੂੰ ਲੈ ਕੇ ਤਲਖੀ ਹੈ। ਉਹਨਾਂ ਨੇ ਕਿਸਾਨਾਂ ਦੇ ਨਾਮ ਤੇ ਗੁੰਡਾਗਰਦੀ ਦਾ ਇਲਜ਼ਾਮ ਲਗਾਇਆ। ਨਾਲ ਹੀ ਪੁਲਿਸ ਤੇ ਵੀ ਸਵਾਲ ਚੁੱਕੇ ਨੇ। ਰਾਜਨੀਤਿਕ ਵਿਅਕਤੀ ਨੇ ਇਹਦੇ 'ਚ ਆਪਦੇ ਹਿੱਤ ਪੂਰੇ ਕਰ ਰਹੇ ਹੈ। ਇਹ ਰਾਜਨੀਤਿਕ ਆਤੰਕਵਾਦ, ਸਰਕਾਰੀ ਆਤੰਕਵਾਦ ਇਹਨੂੰ ਮੈਂ ਕਹਿਣਾ, ਇਹ ਪੰਜਾਬ ਸਰਕਾਰ ਦਾ ਵੀ ਵਰਦ ਹਸਤਾ ਕਿ ਕੋਈ ਕਾਰਵਾਈ ਨਹੀਂ ਕਰ ਰਹੇ। ਔਰ ਮੈਂ ਪਹਿਲਾਂ ਵੀ ਸੂਚਨਾ ਦਿੱਤੀ ਸੀ, ਕੱਲ੍ਹ ਵੀ, ਕਿ ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰਦੇ ਨੇ।
ਹੁਣ ਵੀ ਉਹਨਾਂ ਨੂੰ ਪਕੜਿਆ ਜਾਣਾ ਚਾਹੀਦਾ, ਮੁਕੱਦਮੇ ਦਰਜ ਹੋਣੇ ਚਾਹੀਦੇ ਆ। ਤੁਸੀਂ ਦੇਖਣਾ ਇਹੀ ਕਿਸਾਨ ਲੀਡਰ ਆ ਕੇ ਉਹਨਾਂ ਲਈ ਧਰਨਾ ਦੇਣਗੇ, ਉਹਨਾਂ ਦਾ ਹੀ ਹੱਥ ਹੈ ਇਹਦੇ 'ਚ। ਇਹ ਕ੍ਰਿਮੀਨਲ ਐਕਟੀਵਿਟੀ ਹੈ ਜਿਹੜੇ ਕਿਸਾਨ ਲੀਡਰ ਨੇ ਇਹ ਕਰਦੇ ਆ, ਲੋਕ ਨਹੀਂ ਕਰਦੇ। ਇਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਬਾਕੀ ਮੈਂ ਇਹਨਾਂ ਤੋਂ ਦਬਣ ਵਾਲਾ ਨਹੀਂ ਹੈਗਾ, ਔਰ ਮੇਰੀ ਤਾਂ ਹੱਤਿਆ ਵੀ ਕਰ ਦੇਣ ਤਾਂ ਵੀ ਮੈਂ ਆਪਣੇ ਵਿਚਾਰ ਤੇ ਖੜਾ, ਆਪਣੇ ਲੀਡਰ ਨਾਲ ਖੜਾ, ਡਟ ਕੇ ਖੜਾ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। हाँ, इस बार इतला मिली है कि कुछ उत्थे कोई किला के जमीन का किसी ने नुकसान किया है तो देख रहे हैं, पड़ताल कर रहे हैं ये बारे कि कौन बंदे से की गलबात हुई। ਦੱਸ ਦਈਏ ਕਿ ਹਰਜੀਤ ਗਰੇਵਾਲ ਬਹੁਤ ਵਾਰ ਕਿਸਾਨ ਆਗੂਆਂ ਤੇ ਅੰਦੋਲਨ ਨੂੰ ਲੈ ਕੇ ਗੰਭੀਰ ਇਲਜ਼ਾਮ ਲਗਾਉਂਦੇ ਰਹੇ ਨੇ। ਰੋਸ ਵਜੋਂ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਗਰੇਵਾਲ ਦੀ ਜ਼ਮੀਨ ਕੋਈ ਵੀ ਠੇਕੇ ਤੇ ਨਹੀਂ ਲਵੇਗਾ। ਹੁਣ ਜਦੋਂ ਗਰੇਵਾਲ ਨੇ ਖੁਦ ਝੋਨਾ ਬਿਜਵਾਇਆ ਸੀ ਤਾਂ ਕਿਸਾਨਾਂ ਨੇ ਸਭ ਕੁਝ ਤਹਿਸ ਨਹਿਸ ਕਰ ਦਿੱਤਾ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਕਿਸਾਨ ਅੰਦੋਲਨ ਦੇ ਉੱਤੇ ਪੰਜਾਬ ਬੀਜੇਪੀ ਦੇ ਵਿੱਚ ਬਗਾਵਤ ਹੋਰ ਤੇਜ਼ ਹੁੰਦੀ ਵੀ ਨਜ਼ਰ ਆ ਰਹੀ ਹੈ। ਆਪਣੀ ਪਾਰਟੀ ਨੂੰ ਨਸੀਹਤ ਦੇਣ ਤੋਂ ਬਾਅਦ ਹੁਣ ਅਨਿਲ ਜੋਸ਼ੀ ਨੇ ਸੂਬੇ ਦੇ ਵਿੱਚ ਦੌਰੇ ਸ਼ੁਰੂ ਕਰ ਦਿੱਤੇ ਨੇ। ਦਰਅਸਲ ਅਨਿਲ ਜੋਸ਼ੀ ਨੇ ਆਪਣੀ ਪਾਰਟੀ ਨੂੰ ਚੇਤਾਵਨੀ ਦਿੱਤੀ ਸੀ ਕਿ ਕਿਸਾਨਾਂ ਦਾ ਮਸਲਾ ਹੱਲ ਹੋਵੇ ਨਹੀਂ ਤਾਂ ਉਹ ਪੰਜਾਬ ਦੇ ਵਿੱਚ ਦੌਰਾ ਕਰਨਗੇ ਤੇ ਹੁਣ ਅਨਿਲ ਜੋਸ਼ੀ ਨੇ ਆਪਣੇ ਦੌਰੇ ਸ਼ੁਰੂ ਕਰ ਦਿੱਤੇ ਨੇ। ਪਹਿਲੇ ਦੌਰੇ ਦੌਰਾਨ ਅਨਿਲ ਜੋਸ਼ੀ ਲੁਧਿਆਣਾ ਪਹੁੰਚੇ। ਲੁਧਿਆਣਾ ਦੇ ਵਿੱਚ ਵੀ ਅਨਿਲ ਜੋਸ਼ੀ ਨੇ ਖੁੱਲ੍ਹ ਕੇ ਕਿਸਾਨਾਂ ਦਾ ਸਮਰਥਨ ਵੀ ਕੀਤਾ ਤੇ ਆਪਣੀ ਪਾਰਟੀ ਨੂੰ ਤਿੱਖੇ ਸ਼ਬਦਾਂ ਦੇ ਨਾਲ ਘੇਰਿਆ ਵੀ। ਨਸੀਹਤ ਦਿੱਤੀ ਕਿ ਜੇ ਪਾਰਟੀ ਨੇ ਪੰਜਾਬ ਦੇ ਵਿੱਚ ਸਟੈਂਡ ਕਰਨਾ ਹੈ ਤਾਂ ਕਿਸਾਨਾਂ ਦਾ ਮਸਲਾ ਹੱਲ ਕਰਨਾ ਹੀ ਹੋਵੇਗਾ, ਨਹੀਂ ਤਾਂ ਹਾਲਾਤ ਨਗਰ ਕੌਂਸਲ ਦੀਆਂ ਚੋਣਾਂ ਤੋਂ ਵੀ ਮਾੜੇ ਹੋ ਜਾਣਗੇ ਤੇ ਇਸ ਦਾ ਸਿੱਧਾ ਅਸਰ ਪੰਜਾਬ ਦੀ ਲੀਡਰਸ਼ਿਪ ਤੇ ਪਏਗਾ। ਅਨਿਲ ਜੋਸ਼ੀ ਨੇ ਇਹ ਵੀ ਕਿਹਾ ਕਿ ਲੰਘੀਆਂ ਨਗਰ ਕੌਂਸਲ ਚੋਣਾਂ ਦੇ ਵਿੱਚ ਖੇਤੀ ਮਸਲੇ ਕਰਕੇ ਪਾਰਟੀ ਨੂੰ ਉਮੀਦਵਾਰ ਤੱਕ ਨਹੀਂ ਮਿਲ ਰਹੇ ਸੀ। ਮੈਂ ਤਾਂ ਕਹੀ ਜਾਂਦਾ ਬਾਰ-ਬਾਰ ਇਹੋ ਹੀ ਵੀ ਜੇ ਅਸੀਂ ਬਾਹਰ ਹੀ ਨਹੀਂ ਨਿਕਲ ਪਾ ਰਹੇ 100 150 ਸਿਕਿਉਰਿਟੀ ਦੇ ਵਿੱਚ ਅਸੀਂ ਚੋਰੀ ਦੀ ਮੀਟਿੰਗ ਕਰਦੇ ਹਾਂ ਤੇ ਚੱਲ ਜਾਂਦੇ ਸੋਸ਼ਲ ਮੀਡੀਆ ਤੇ ਪਾ ਦਿੰਦੇ ਮੀਟਿੰਗ ਕਰ ਆਈ, ਅਸੀਂ ਕੰਪੇਨ ਨਹੀਂ ਕਰਾਂਗੇ, ਜਲਸੇ ਨਹੀਂ ਕਰਾਂਗੇ, ਡੋਰ ਟੂ ਡੋਰ ਨਹੀਂ ਕਰਾਂਗੇ, ਕਿਤਨਾ ਲੜਾਂਗੇ ਇਲੈਕਸ਼ਨ। ਤੇ ਜੇ ਤਾਂ ਸਿਰਫ ਖਾਨਾ ਪੂਰਤੀ ਕਰਨੀ ਹੈ 117 ਬੰਦਿਆਂ ਨੂੰ ਟਿਕਟਾਂ ਦੇ ਕੇ ਉਹਨੂੰ ਕਹਿਣਾ ਘਰ ਬੈਠੇ ਰਹੋ, ਆਪਾਂ ਅਨਾਉਂਸ ਕਰ ਦਾਂਗੇ ਵੀ ਆਪਾਂ ਟਿਕਟਾਂ ਦੇ ਇਲੈਕਸ਼ਨ ਲੜੀ ਗਈ ਤੇ ਜਿੱਤੀ ਕੋਈ ਵੀ ਨਾ, ਜ਼ਮਾਨਤਾਂ ਜ਼ਬਤ ਕਰਾ ਲਈਆਂ, ਕੀ ਫਾਇਦਾ। ਇਹਦਾ ਸੈਂਪਲ ਜਿਹੜਾ ਵਾ ਆਪਾਂ ਮਿਊਨਿਸਪਲ ਕਮੇਟੀ ਦੀਆਂ ਇਲੈਕਸ਼ਨਾਂ 'ਚ ਵੇਖ ਚੁੱਕੇ ਹਾਂ। ਮਿਊਨਿਸਪੈਲਿਟੀ ਦੀਆਂ ਇਲੈਕਸ਼ਨਾਂ ਦੇ ਵਿੱਚ 2500 ਸੀਟਾਂ ਤੋਂ ਵੱਧ ਦੀ ਇਲੈਕਸ਼ਨ ਹੋਈ, ਜਿਹਦੇ 'ਚੋਂ ਅਸੀਂ 1100 ਲੜੀਆਂ। ਕੋਈ ਇੱਧਰੋਂ ਮਾਲੀ ਫੜ, ਕੋਈ ਡਰਾਈਵਰ ਫੜ, ਅਗਲਾ ਖਰਚਾ ਦਿੱਤਾ ਜਿਹਦਾ ਸੀ ਉਹ ਘਰ ਵਾਲੀ ਵੀ ਲੈ ਆਉਂਦਾ ਵੀ ਇਹਨੂੰ ਵੀ ਟਿਕਟ ਦੇ ਦਿਓ, ਖਰਚਾ ਨਾਲ ਮਿਲਦਾ ਪਿਆ। ਇਸ ਕਰਕੇ ਇਸ ਤਰ੍ਹਾਂ ਇਲੈਕਸ਼ਨਾਂ ਨਹੀਂ ਲੜੀਆਂ ਜਾਂਦੀਆਂ। ਉਹਦੇ ਸਾਨੂੰ 1% 1.5% ਵੋਟ ਪਈ ਆ, 98% ਸਾਡੀਆਂ ਜ਼ਮਾਨਤਾਂ ਜ਼ਬਤ ਹੋਈਆਂ। ਇਹਨੂੰ ਸੈਮੀਫਾਈਨਲ ਕਹਿੰਦੇ ਆ ਇਹਨਾਂ ਇਲੈਕਸ਼ਨਾਂ ਨੂੰ। ਤੇ ਜੇ ਸੈਮੀਫਾਈਨਲ 'ਚ ਇਹ ਹਾਲ ਹੋਇਆ ਤੇ ਫਾਈਨਲ ਜਿਹੜਾ 117 ਦੇ ਵਿੱਚ। ਤਾਂ ਅਨਿਲ ਜੋਸ਼ੀ ਦੇ ਬਾਕੀ ਤੇਵਰ ਬਰਕਰਾਰ ਨੇ, ਪਰ ਇਸ ਸਭ ਦੇ ਵਿਚਾਲੇ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਘੁੰਮ ਕੇ ਕਿ ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਉਹ ਆਪਣੇ ਨਾਲ ਲਿਆ ਸਕਣਗੇ, ਰਲਾ ਸਕਣਗੇ ਜਾਂ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਤੇ ਦਬਾਅ ਬਣਾ ਸਕਣਗੇ ਇਸ ਪੂਰੇ ਮੁੱਦੇ ਨੂੰ ਲੈ ਕੇ। ਉਧਰ ਬੀਜੇਪੀ ਲੀਡਰਾਂ ਤੋਂ ਬਾਅਦ ਕਾਂਗਰਸ ਦੇ ਲੀਡਰਾਂ ਦਾ ਵੀ ਵਿਰੋਧ ਹੋ ਰਿਹਾ ਹੈ। ਰਾਮਪੁਰਾ ਫੂਲ ਦੇ ਵਿੱਚ ਕਿਸਾਨਾਂ ਨੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦਾ ਘਿਰਾਓ ਕੀਤਾ। ਕਿਸਾਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ, ਵਾਅਦਾ ਖਿਲਾਫੀ ਦਾ ਇਲਜ਼ਾਮ ਲਗਾਇਆ ਤੇ ਵਿਰੋਧ ਕਰਕੇ ਗੁਰਪ੍ਰੀਤ ਕਾਂਗੜ ਨੂੰ ਆਪਣਾ ਪ੍ਰੋਗਰਾਮ ਵੀ ਰੱਦ ਕਰਨਾ ਪੈ ਗਿਆ। ਰਾਮਪੁਰਾ ਫੂਲ ਦੀਆਂ ਤਸਵੀਰਾਂ ਨੇ। ਹਾਲ ਹੀ ਦੇ ਵਿੱਚ ਨਾਭਾ ਤੋਂ ਤਸਵੀਰਾਂ ਸਾਹਮਣੇ ਆਈਆਂ ਸਨ ਜਿੱਥੇ ਸਾਧੂ ਸਿੰਘ ਧਰਮਸੋਤ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਸੁੰਦਰ ਸ਼ਾਮ ਅਰੋੜਾ ਨੂੰ ਬੁੱਧਵਾਰ ਨੂੰ ਤਸਵੀਰਾਂ ਸਾਹਮਣੇ ਆਈਆਂ ਸੀ ਜਦੋਂ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਵਿਚਾਲੇ ਰਾਮਪੁਰਾ ਫੂਲ ਦੇ ਵਿੱਚ ਗੁਰਪ੍ਰੀਤ ਕਾਂਗੜ ਨੂੰ ਵਿਰੋਧ ਦਾ ਸਾਹਮਣਾ ਕਰਨਾ ਕਿਸੇ ਮਤਲਬ ਗਲੀ ਆਟੋਮੈਟਿਕ ਫੁਹਾਰੇ ਲੱਗੇ ਹੋਏ ਆ, ਕਿੰਨਾ ਬੁਰਾ ਹਾਲ ਹੈ। ਦੂਜੀ ਗੱਲ ਘਰ ਘਰ ਨੌਕਰੀ ਵਾਲਾ ਵਾਅਦਾ ਕੀਤਾ ਸੀ, ਉਹ ਨੌਕਰੀਆਂ ਜੇ ਕੋਈ ਪਟਿਆਲੀ ਮੰਗਣ ਜਾਂਦਾ ਤਾਂ ਤੁਸੀਂ ਪਿਛਲੇ ਦਿਨਾਂ 'ਚ ਵੇਖਿਆ ਕੀ ਹਾਲ ਕੀਤਾ। ਛੱਲੀਆਂ ਨੂੰ ਕੁੱਟੇ ਇਹਨਾਂ ਨੇ, ਸਾਡੀਆਂ ਧੀਆਂ ਭੈਣਾਂ ਨੂੰ ਗੁੱਤਾਂ ਤੋਂ ਫੜ ਕੇ। ਕਾਲੀ ਸਰਕਾਰ ਤਾਂ ਦੋਸ਼ ਲੱਗਦੇ ਹੀ ਲੱਗਦੇ ਸੀ, ਉਹਨੂੰ ਕੈਪਟਨ ਵੀ ਘੱਟ ਨਹੀਂ ਰਹੇ, ਕੈਪਟਨ ਸਰਕਾਰ ਵੀ ਘੱਟ ਨਹੀਂ ਰਹੀ। ਇਸੇ ਤਰ੍ਹਾਂ ਆ ਨਸ਼ੇ ਦਾ ਬੁਰਾ ਹਾਲ ਹੈ ਜਿਹੜਾ 4 ਹਫ਼ਤਿਆਂ 'ਚ ਬੰਦ ਕੀਤਾ ਸੀ। ਕੋਈ ਕਹਦੇ ਮੈਨੂੰ ਬੁਢਾਪਾ ਪੈਨਸ਼ਨ 2500 ਮਿਲਦੀ ਹੈ, ਕੋਈ ਕਹਦੇ ਸਮਾਰਟਫੋਨ ਮਿਲ ਗਿਆ, ਕੋਈ ਕਹਦੇ ਸਗਨ ਸਕੀਮ 51000 ਮਿਲ ਗਈ। ਜਦੋਂ ਵਾਅਦਾ ਹੀ ਕੋਈ ਨਹੀਂ ਪੂਰਾ ਕਰਨਾ ਫਿਰ ਇੱਥੇ ਲੋਕਾਂ ਨੂੰ 2022 ਦੇ ਵਿੱਚ ਬੁੱਧੂ ਬਣਾਉਣਾ ਆਉਣਾ। ਇਸ ਲਈ ਸਾਡਾ ਮੰਤਰੀ ਦਾ ਵਿਰੋਧ ਹੈ। ਤਾਂ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਸਿਆਸੀ ਆਗੂਆਂ ਨੂੰ ਕਰਨਾ ਪੈ ਰਿਹਾ। ਇਸ ਸਭ ਦੇ ਵਿਚਾਲੇ ਕਿਸਾਨ ਅੰਦੋਲਨ ਦੇ ਵਿੱਚ ਬਲਜੀਤ ਸਿੰਘ ਦਾਦੂਵਾਲ ਕਿਸਾਨਾਂ ਦੇ ਨਾਲ ਸਰਕਾਰ ਦੇ ਨਾਲ ਗੱਲ ਕਰਦੇ ਨਜ਼ਰ ਆ ਰਹੇ ਨੇ। ਕਿਸਾਨ ਅੰਦੋਲਨ ਦੇ ਵਿੱਚ ਦਾਦੂਵਾਲ ਦੀ ਵਿਚੋਲਗੀ ਇਸ ਸਮੇਂ ਚਰਚਾ ਦਾ ਵਿਸ਼ਾ ਹੈ। ਸਰਕਾਰ ਤੇ ਕਿਸਾਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ। ਬਲਜੀਤ ਸਿੰਘ ਦਾਦੂਵਾਲ ਹੋਰਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਪਹਿਲਾਂ ਹਰਿਆਣਾ ਦੇ ਸੀਐਮ ਦੇ ਨਾਲ ਮੁਲਾਕਾਤ ਕੀਤੀ ਸੀ, ਹੁਣ ਕਿਸਾਨਾਂ ਦੇ ਨਾਲ ਵੀ ਗੱਲ ਕਰ ਰਹੇ ਨੇ। ਵਿਚੋਲਗੀ ਦੇ ਲਈ ਉਹਨਾਂ ਨੇ ਕਿਹਾ ਕਿ ਅਸੀਂ ਕਮੇਟੀ ਬਣਾਈ ਹੈ, ਸਾਡੀ ਕੋਸ਼ਿਸ਼ ਗੱਲਬਾਤ ਬਹਾਲ ਕਰਵਾਉਣਾ ਹੈ, ਦੁਬਾਰਾ ਗੱਲਬਾਤ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਅਸੀਂ ਕਰ ਰਹੇ ਹਾਂ।
ਦਰਅਸਲ 22 ਜੂਨ ਨੂੰ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲਦੇ ਨੇ ਇੱਕ ਵਫਦ ਦੇ ਨਾਲ, ਤੇ ਜੋ ਦਾਦੂਵਾਲ ਹੋਰਾਂ ਦੇ ਵੱਲੋਂ ਦਾਅਵਾ ਕੀਤਾ ਗਿਆ, ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਕਿ ਗੱਲਬਾਤ ਸ਼ੁਰੂ ਕੀਤੀ ਜਾਵੇ। ਦੂਜੇ ਪਾਸੇ ਇੱਕ 5 ਮੈਂਬਰੀ ਵਫਦ ਬਣਾਇਆ ਗਿਆ ਉਹਨਾਂ ਦੇ ਵੱਲੋਂ, ਜਿਨ੍ਹਾਂ ਨੇ ਜਾ ਕੇ ਸਿੰਘੂ ਬਾਰਡਰ ਦੇ ਉੱਤੇ ਇੱਕ ਦਿਨ ਪਹਿਲਾਂ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਜਲਦ ਉਹ 40 ਮੈਂਬਰੀ ਜਿਹੜੀ ਕਮੇਟੀ ਹੈ ਉਹਨਾਂ ਦੇ ਵੱਲੋਂ ਵੀ ਦਾਦੂਵਾਲ ਦੇ ਜੋ ਵਫਦ ਦੇ ਨਾਲ ਗੱਲਬਾਤ ਹੋਈ ਹੈ ਉਸ ਦੇ ਉੱਤੇ ਵਿਚਾਰਾਂ ਕੀਤੀਆਂ ਜਾਣਗੀਆਂ। ਐਤਵਾਰ ਨੂੰ ਦੱਸਿਆ ਜਾ ਰਿਹਾ ਕਿ ਉਸ ਦੇ ਉੱਤੇ ਗੱਲਬਾਤ ਹੋਏਗੀ ਤੇ ਦਾਦੂਵਾਲ ਇਹ ਵੀ ਕਹਿੰਦੇ ਨਜ਼ਰ ਆਏ ਕਿ ਅਸੀਂ ਗੱਲਬਾਤ ਬਹਾਲ ਕਰਵਾਉਣਾ ਚਾਹੁੰਦੇ ਹਾਂ ਤੇ ਵਿਚੋਲਗੀ ਜੇ ਹਰਿਆਣਾ ਦੇ ਮੁੱਖ ਮੰਤਰੀ ਕਰਨ ਤਾਂ ਸਾਡੀ ਇਹ ਕੋਸ਼ਿਸ਼ ਰਹੇਗੀ। बात से मसला हल होगा, जिसके लिए कल 9 मेंबरी कमेटी जो है किसानों की, उनके साथ मीटिंग भी हुई है। हमारे किसान आगुओं की जो हरियाणा कमेटी के भी अहदेदार हैं और किसान आगू भी हैं, किसानी से जुड़े हुए हैं। तो कल उनकी जो किसान जथेबंदियों के आगू जोगिंदर सिंह उगराहा हैं, जगजीत सिंह डल्लेवाल हैं, डॉक्टर दर्शनपाल हैं, जोगिंदर यादव हैं, उनके साथ बात हुई है। आज भी उनके साथ उनकी गलबात थोड़े समय में हो रही, मेरे को फ़ोन आया कि उनके साथ भी गलबात होगी। उनको भी लिखती तौर पे हमने जैसे हरियाणा सरकार को दिया, ऐसे ही किसानों को जो आगू हैं उनके पास भी हमने जो है लिखती तौर पे अपना जो लेटर हेड दिया है। हम सिर्फ ये रोल प्ले करना चाहते हैं कि रुकी हुई गलबात जो है वो तुर पड़े, वो चल पड़े और जो फैसला है वो किसान जथेबंदियों के आगुओं ने और केंद्र सरकार ने करना है। हम चाहते हैं कि विदाउट वायलेंस ये मसला। ਉਧਰ ਕਿਸਾਨਾਂ ਦੇ ਅੰਦੋਲਨ ਦੇ ਵਿਚਾਲੇ ਐਨਸੀਪੀ ਮੁਖੀ ਸ਼ਰਦ ਪਵਾਰ ਦਾ ਇੱਕ ਬਿਆਨ ਵੀ ਖੂਬ ਚਰਚਾ ਦੇ ਵਿੱਚ ਹੈ। ਸ਼ਰਦ ਪਵਾਰ ਨੇ ਕਾਨੂੰਨ ਰੱਦ ਕਰਨ ਦੀ ਥਾਂ ਇਤਰਾਜ਼ਯੋਗ ਹਿੱਸਿਆਂ ਦੇ ਵਿੱਚ ਸੋਧ ਕਰਨ ਦੀ ਗੱਲ ਕਹੀ ਹੈ। ਉਹਨਾਂ ਦਾ ਇਹ ਬਿਆਨ ਸਾਹਮਣੇ ਆਇਆ ਤਾਂ ਉਸ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦੇ ਇਸ ਬਿਆਨ ਦਾ ਸਵਾਗਤ ਕਰ ਰਹੇ ਨੇ। ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਡੈਡਲੌਕ ਖਤਮ ਨਹੀਂ ਹੋ ਰਿਹਾ। ਹਾਲ ਫਿਲਹਾਲ 'ਚ ਕੋਈ ਹਲਚਲ ਵੀ ਨਜ਼ਰ ਨਹੀਂ ਆ ਰਹੀ ਤੇ ਇਸ ਵਿਚਾਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਅਤੇ ਸਾਬਕਾ ਖੇਤੀ ਮੰਤਰੀ ਸ਼ਰਦ ਪਵਾਰ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਨਵੀਂ ਸਲਾਹ ਦਿੱਤੀ ਹੈ। ਪਵਾਰ ਮੁਤਾਬਕ ਖੇਤੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਖਾਰਜ ਕਰਨ ਦੀ ਥਾਂ ਕਾਨੂੰਨਾਂ ਦੇ ਉਹਨਾਂ ਹਿੱਸਿਆਂ ਦੇ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ ਜਿਸ ਤੇ ਕਿਸਾਨਾਂ ਨੂੰ ਇਤਰਾਜ਼ ਹੈ। ਮਹਾਰਾਸ਼ਟਰ ਸਰਕਾਰ ਦੇ ਮੰਤਰੀਆਂ ਦਾ ਇੱਕ ਸਮੂਹ ਕਾਨੂੰਨਾਂ ਦੇ ਅਲੱਗ-ਅਲੱਗ ਪਹਿਲੂਆਂ ਦੇ ਉੱਤੇ ਅਧਿਐਨ ਵੀ ਕਰ ਰਿਹਾ ਹੈ। महाराष्ट्र सरकार का थिंकिंग मुझे ये लगता है कि ये कानून में जहाँ सुधार करने की आवश्यकता है वो सुधार करे। जो भारत सरकार ने दिया है वो 100% एक्सेप्ट करते बिना वो सुधार करके लाएंगे तो अच्छा होगा। वो थिंकिंग है और सबके साथ वो बातचीत करें। ਉਧਰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪਵਾਰ ਦੇ ਰੁਖ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਸਰਕਾਰ ਇਤਰਾਜ਼ ਵਾਲੇ ਬਿੰਦੂਆਂ ਤੇ ਵਿਚਾਰ ਚਰਚਾ ਕਰ ਉਹਨਾਂ ਨੂੰ ਬਦਲਣ ਦੇ ਲਈ ਤਿਆਰ ਹੈ। कृषि कानूनों के बारे में देश के बड़े नेता और पूर्व कृषि मंत्री भारत सरकार शरद पवार साहब का बयान मैंने देखा। उन्होंने अपने वक्तव्य में कहा है कि सभी कानून बदले जाने की आवश्यकता नहीं है। जिन बिंदुओं पर आपत्ति है उन बिंदुओं पर विचार करके उसको बदला जाना चाहिए। ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਨੇ। ਪਿਛਲੇ 26 ਨਵੰਬਰ ਤੋਂ ਕਿਸਾਨ ਦਿੱਲੀ ਦੇ ਬਾਰਡਰ ਤੇ ਬੈਠੇ ਨੇ। ਸਿੰਘੂ, ਟਿਕਰੀ ਤੇ ਗਾਜ਼ੀਪੁਰ ਬਾਰਡਰ ਤੇ ਕਿਸਾਨਾਂ ਨੇ ਡੇਰਾ ਲਗਾਇਆ ਹੋਇਆ ਹੈ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਕੋਟਪੁਰਾ ਗੋਲੀकांड ਮਾਮਲੇ ਦੀ ਗੱਲ ਹੋਵੇਗੀ। ਕੋਟਪੁਰਾ ਗੋਲੀकांड ਮਾਮਲੇ ਨਾਲ ਜੁੜੀ ਵੱਡੀ ਖਬਰ ਇਸ ਸਮੇਂ ਦੀ ਹੈ ਕਿ ਹਾਈ ਕੋਰਟ ਦੇ ਫੈਸਲੇ ਨੂੰ ਪੰਜਾਬ ਸਰਕਾਰ ਚੁਣੌਤੀ ਦੇਣ ਦੀ ਤਿਆਰੀ ਦੇ ਵਿੱਚ ਹੈ। जी हाँ, सुप्रीम कोर्ट जाने की तैयारी है पंजाब सरकार। सूत्रों के हवाले तो एक वड्डी खबर है गोलीकांड मामले के नाल जुड़ी हुई। मुख्यमंत्री ने एजी दफ्तर को जरूरी निर्देश दिते ने। कुंवर विजय प्रताप की SIT रिपोर्ट हाई कोर्ट ने खारिज कर दी सी ते इस विचाले वड्डी खबर होनी है कि कोटपुरा गोलीकांड मामले की जांच दे लई सुप्रीम कोर्ट का रुख करेगी पंजाब सरकार। सूत्रों के हवाले तो खबर है। हाई कोर्ट के वालों कुंवर विजय प्रताप वाली SIT उसकी रिपोर्ट को खारिज कर दिता गया सी। नवीं SIT के हुक्म दिते गए सन।
ਨਵੀਂ SIT ਬਣਾਈ ਗਈ ਤੇ ਉਹ ਨਵੀਂ SIT ਦੇ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਭਾਈ ਪੰਥਪ੍ਰੀਤ ਸਿੰਘ ਸਣੇ ਕਈ ਗਵਾਹ SIT ਦੇ ਸਾਹਮਣੇ ਪੇਸ਼ ਹੋਏ ਤੇ ਆਪਣੇ ਬਿਆਨ ਕਲਮਬੱਧ ਕਰਵਾਏ ਗਏ ਤੇ ਜਾਂਚ ਦੌਰਾਨ ਪੂਰਾ ਸਹਿਯੋਗ ਦੇਣ ਦੀ ਗੱਲ ਵੀ ਕਹੀ ਗਈ। ਕੋਟਕਪੂਰਾ ਗੋਲੀकांड ਤੇ ਬਣੀ SIT ਵੱਲੋਂ ਜਾਂਚ ਤੇਜ਼ੀ ਦੇ ਨਾਲ ਅੱਗੇ ਵਧਾਈ ਜਾ ਰਹੀ ਹੈ ਤੇ ਤੱਥ ਜਟਾਉਣ ਦੀ ਲਗਾਤਾਰ ਕੋਸ਼ਿਸ਼ ਹੋ ਰਹੀ ਹੈ। SIT ਵੱਲੋਂ ਫਰੀਦਕੋਟ ਦੇ ਕੈਂਪਸ ਦਫ਼ਤਰ ਦੇ ਵਿੱਚ ਬਿਆਨ ਦਰਜ ਕਰਵਾਉਣ ਦੇ ਲਈ ਗਵਾਹਾਂ ਤੇ ਪ੍ਰਤੱਖਦਰਸ਼ੀਆਂ ਨੂੰ ਸੰਮਨ ਕੀਤਾ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਭਾਈ ਪੰਥਪ੍ਰੀਤ ਸਿੰਘ ਨੇ ਸਿੱਟ ਸਾਹਮਣੇ ਪੇਸ਼ ਹੋ ਕੇ ਆਪਣੇ ਬਿਆਨ ਕਲਮਬੱਧ ਕਰਵਾਏ। ਇਸ ਤੋਂ ਇਲਾਵਾ ਕਰੀਬ 23 ਗਵਾਹਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਦੇ ਲਈ ਫਰੀਦਕੋਟ ਦੇ ਕੈਂਪਸ ਆਫਿਸ ਦੇ ਵਿੱਚ ਬੁਲਾਇਆ ਗਿਆ ਸੀ। ਬਿਆਨ ਦਰਜ ਕਰਵਾਉਣ ਤੋਂ ਬਾਅਦ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਕਰੀਬ 2 ਘੰਟੇ ਤੱਕ ਬਹੁਤ ਹੀ ਸੁਖਾਲੇ ਮਾਹੌਲ ਦੇ ਵਿੱਚ ਉਹਨਾਂ ਦੀ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ, ਜਿਸ ਦਰਮਿਆਨ ਕਈ ਤੱਥ ਸਾਂਝੇ ਕੀਤੇ ਗਏ ਨੇ। ਉਹਨਾਂ ਕਿਹਾ ਕਿ ਇਨਸਾਫ ਦੀ ਉਮੀਦ ਉਹਨਾਂ ਨੂੰ ਅਜੇ ਵੀ ਪੂਰੀ ਹੈ, ਜਿਸ ਦੇ ਚੱਲਦਿਆਂ ਉਹ ਆਪਣਾ ਸਹਿਯੋਗ ਹਰ ਟੀਮ ਨੂੰ ਦਿੰਦੇ ਆਏ ਨੇ। ਜਿੰਨਾ ਦੇਖੋ ਹਰ ਇੱਕ ਦਾ ਅਫੀਸਰ ਦਾ ਆਪਣਾ ਤਜਰਬਾ ਹੁੰਦਾ ਹੈ, ਇਹ ਆਪਣੇ ਤਜਰਬੇ ਮੁਤਾਬਕ ਦੀ ਬੈਸਟ ਕਰ ਰਹੇ ਆ। ਜਿਨ੍ਹਾਂ ਦਾ ਕੋਈ ਪਹਿਲਾਂ ਜਿੰਨਾ ਜੋ ਤਜਰਬਾ ਸੀ, ਟੀਚਰ ਹੁੰਦਾ ਇੱਕੋ ਹੀ ਹੁੰਦਾ, B.Ed ਹੁੰਦਾ, ਉਹਦਾ ਪੜ੍ਹਾਉਣ ਦਾ ਤਰੀਕਾ ਆਪਣਾ ਹੁੰਦਾ। ਇਵੇਂ ਜੇ ਕਹਿ ਲਓ ਹਰ ਇੱਕ ਅਫਸਰ ਦਾ ਇਨਵੈਸਟੀਗੇਸ਼ਨ ਦਾ ਤਰੀਕਾ ਆਪਣਾ ਇਹ ਵੀ ਆਪਣੇ ਵੱਲੋਂ ਦੀ ਬੈਸਟ ਕਰ ਰਿਹਾ ਜਿੰਨਾ ਹੁੰਦਾ। ਹੋਰ ਕਿਹਨੂੰ ਇਸ ਮੌਕੇ ਬਿਆਨ ਦਰਜ ਕਰਵਾਉਣ ਆਏ ਰੁਪਿੰਦਰ ਸਿੰਘ ਪੰਜਗਰਾਈ ਨੇ ਕਿਹਾ ਕਿ ਆਪਣੇ ਵੱਲੋਂ ਹਰ ਜਾਂਚ ਕਮੇਟੀ ਨੂੰ ਸਹਿਯੋਗ ਦੇ ਰਹੇ ਨੇ, ਪਰ ਉਹਨਾਂ ਨੂੰ ਇਨਸਾਫ ਮਿਲਣ ਦੀ ਜ਼ਿਆਦਾ ਉਮੀਦ ਨਹੀਂ ਹੈ, ਕਿਉਂਕਿ ਇਸ ਮਾਮਲੇ 'ਚ ਸਿਆਸਤ ਭਾਰੂ ਹੈ। ਪਹਿਲਾਂ ਕਮਿਸ਼ਨ ਬਣੇ, ਜੋਰਾ ਸਿੰਘ ਦਾ ਕਮਿਸ਼ਨ ਬਣਿਆ, ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬਣਿਆ, ਫਿਰ ਕੁੰਵਰ ਵਿਜੇ ਪ੍ਰਤਾਪ ਦੀ ਆ ਗਈ ਹੈ ਨਾ, CBI ਵਿੱਚ ਹੀ ਆ ਗਈ। ਸਾਰਿਆਂ ਨੂੰ ਬਿਆਨ ਦਿੱਤੇ ਆ, ਮਤਲਬ ਕਿ ਕੋਈ ਵੀ ਏਜੰਸੀ ਕੋਈ ਵੀ ਸਰਕਾਰ ਕੱਲ੍ਹ ਨੂੰ ਇਹ ਨਾ ਕਵੇ ਵੀ ਸਿੱਖ ਸੰਗਤ ਅਗਵਾਈ ਤੋਂ ਮੁੱਕ ਰਹੀ ਹੈ। ਅਸੀਂ ਪਹਿਲਾਂ ਵੀ ਦਿੱਤੇ, ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਕੋਰਟ 'ਚ ਵੀ ਬਿਆਨ ਦਿੱਤੇ, ਗਵਾਹੀਆਂ ਦਿੱਤੀਆਂ, ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਗਿਆ। ਇਨਸਾਫ ਦੀ ਆਸ ਸਾਨੂੰ ਹੁਣ ਵੀ ਘੱਟ ਹੈ, ਕਿਉਂਕਿ ਰਾਜਨੀਤੀ ਹੋ ਰਹੀ ਹੈ, ਕੁਰਸੀ ਦੀ ਖਾਤਰ ਅੱਜ ਸਭ ਕੁਝ ਹੋ ਰਿਹਾ। ਜ਼ਿਕਰਯੋਗ ਹੈ ਕਿ ਕੋਟਕਪੂਰਾ ਗੋਲੀकांड ਮਾਮਲੇ 'ਚ ਗਠਿਤ ਨਵੀਂ SIT ਵੱਲੋਂ ਭਾਈ ਪੰਥਪ੍ਰੀਤ ਸਿੰਘ, ਰਣਜੀਤ ਸਿੰਘ ਢੱਡਰੀਆਂਵਾਲਾ, ਬੂਟਾ ਸਿੰਘ ਰਣਸੀ, ਅਮਰੀਕ ਸਿੰਘ ਅਜਨਾਲਾ ਤੋਂ ਇਲਾਵਾ ਕਈ ਪੁਲਿਸ ਕਰਮਚਾਰੀਆਂ ਨੂੰ ਬਿਆਨ ਦਰਜ ਕਰਾਉਣ ਦੇ ਲਈ ਸੰਮਨ ਕੀਤਾ ਗਿਆ ਸੀ। ਹਾਲਾਂਕਿ ਭਾਈ ਰਣਜੀਤ ਸਿੰਘ ਢੱਡਰੀਆਂਵਾਲਾ ਕਿਸੇ ਕਾਰਨ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੋ ਸਕੇ। ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18 ਪੰਜਾਬ। ਹੁਣ ਅੱਗੇ ਵਧਦੇ ਹਾਂ ਤੇ ਗੱਲ ਹੋਵੇਗੀ ਪਾਵਰ ਕੱਟ ਦੀ। ਜੀ ਹਾਂ, ਪਾਵਰ ਕੱਟ ਦੇ ਉੱਤੇ ਪੰਜਾਬ ਦੇ ਵਿੱਚ ਸਿਆਸਤ ਇਸ ਸਮੇਂ ਉਬਾਲੇ ਮਾਰ ਰਹੀ ਹੈ। ਪਾਵਰ ਕੱਟ ਨੂੰ ਲੈ ਕੇ ਸੂਬੇ ਦੀ ਸਿਆਸਤ ਭਖੀ ਹੋਈ ਹੈ। ਅਕਾਲੀ ਦਲ ਨੇ ਸੜਕਾਂ ਦੇ ਉੱਤੇ ਉਤਰ ਕੇ ਬਿਜਲੀ ਕੱਟਾਂ ਦਾ ਵਿਰੋਧ ਕੀਤਾ, ਬਿਜਲੀ ਘਰਾਂ ਦੇ ਬਾਹਰ ਧਰਨੇ ਦਿੱਤੇ। ਇਹਨਾਂ ਧਰਨਿਆਂ ਦੀ ਅਗਵਾਈ ਪਾਰਟੀ ਦੇ ਵੱਡੇ ਲੀਡਰ ਕਰਦੇ ਨਜ਼ਰ ਆਏ। ਸੁਖਬੀਰ ਬਾਦਲ, ਹਰਸਿਮਰਤ ਕੌਰ ਬਾਦਲ, ਬਿਕਰਮ ਮਜੀਠੀਆ, ਦਲਜੀਤ ਚੀਮਾ ਸਭ ਸੜਕਾਂ ਦੇ ਉੱਤੇ ਨਜ਼ਰ ਆਏ, ਪਾਵਰ ਕੱਟਾਂ ਦੇ ਮੁੱਦੇ ਉੱਤੇ ਸਰਕਾਰ ਨੂੰ ਘੇਰਦੇ ਹੋਏ। 5 ਤਸਵੀਰਾਂ ਤੁਹਾਡੇ ਸਾਹਮਣੇ ਨੇ। ਅਕਾਲੀ ਦਲ ਦੇ ਵੱਲੋਂ ਪੱਖੀਆਂ ਤੇ ਮੋਮਬੱਤੀਆਂ ਵੰਡ ਕੇ ਵਿਰੋਧ ਜਤਾਇਆ ਗਿਆ, ਕੈਪਟਨ ਸਰਕਾਰ ਨੂੰ ਘੇਰਿਆ ਗਿਆ। ਲੰਬੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਪ੍ਰਦਰਸ਼ਨ ਕਰ ਰਹੇ ਸਨ, ਬਠਿੰਡਾ ਦੇ ਵਿੱਚ ਹਰਸਿਮਰਤ ਕੌਰ ਬਾਦਲ, ਅੰਮ੍ਰਿਤਸਰ ਦੇ ਵਿੱਚ ਬਿਕਰਮ ਮਜੀਠੀਆ, ਰੋਪੜ ਦੇ ਵਿੱਚ ਦਲਜੀਤ ਚੀਮਾ ਨੇ ਧਰਨਿਆਂ ਦੀ ਅਗਵਾਈ ਕੀਤੀ। ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਕੈਪਟਨ ਦੀ ਰਿਹਾਇਸ਼ ਘੇਰੀ ਜਾਵੇਗੀ। ਤਾਂ ਆਮ ਆਦਮੀ ਪਾਰਟੀ ਨੇ ਵੀ ਪਾਵਰ ਕੱਟਾਂ ਦੇ ਮੁੱਦੇ ਉੱਤੇ ਕੈਪਟਨ ਸਰਕਾਰ ਨੂੰ ਘੇਰਨ ਦਾ ਐਲਾਨ ਕੀਤਾ ਹੈ। ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਵਿੱਚ ਸਿਸਵਾ ਫਾਰਮ ਹਾਊਸ ਮੁੱਖ ਮੰਤਰੀ ਦੀ ਨਿੱਜੀ ਰਿਹਾਇਸ਼ ਹੈ, ਉਸ ਵੱਲ ਕੂਚ ਕਰੇ। उधर पावर कट ते सिद्धू ने अपनी सरकार ਨੂੰ तेवर दिखाए ने। सिद्धू ने ट्वीट करके सरकार के फैसले ते सवाल चुके। उन्होंने कहा कि पंजाब दे विच पावर कट लगाउण दी जरूरत नहीं है, दफ्तरां दे विच AC दी वरतों करन तो रोकण दी भी जरूरत नहीं है। सही दिशा दे वल काम करना है तां अजिहे फैसलिਆਂ ਦੀ ਜ਼ਰੂਰਤ नहीं है। नैशनल ग्रिड तो सस्ती बिजली खरीद सकदा है पंजाब, लोकां तक पहुंचा सकदी है सरकार। ते अकाली सरकार ने निजी थर्मल प्लांटां वाले ਜਿਹੜੇ ਨੁਕਸਾਨ ਵਾਲੇ ਸਮਝੌਤੇ ਕੀਤੇ, ਉਸ ਨੂੰ ਲੈ ਕੇ ਵੀ ਨਵਜੋਤ ਸਿੰਘ ਸਿੱਧੂ ਘੇਰਦੇ ਹੋਏ ਨਜ਼ਰ ਆਏ। ਤਾਂ ਸਿੱਧੂ ਨੇ ਕੀ ਕੁਝ ਕਿਹਾ ਉਹ ਤੁਹਾਨੂੰ ਦੱਸਦੇ। ਉਹਨਾਂ ਨੇ ਕਿਹਾ ਕਿ ਸਹੀ ਦਿਸ਼ਾ ਦੇ ਵਿੱਚ ਚੱਲੀਏ ਤਾਂ ਪਾਵਰ ਕੱਟ ਤੇ ਦਫ਼ਤਰਾਂ ਦਾ ਸਮਾਂ ਬਦਲਣ ਦੀ ਜ਼ਰੂਰਤ ਨਹੀਂ ਹੈ। ਬਿਜਲੀ ਖਰੀਦ ਦੇ ਲਈ ਪੰਜਾਬ ਹੋਰ ਸੂਬਿਆਂ ਦੇ ਨਾਲੋਂ ਜ਼ਿਆਦਾ ਭੁਗਤਾਨ ਕਰ ਰਿਹਾ ਹੈ। BPA ਦੇ ਨਾਲ ਪੰਜਾਬੀਆਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ 65,000 ਕਰੋੜ ਰੁਪਏ ਦਾ ਬੋਝ ਹੋਏਗਾ। ਬਿਜਲੀ ਖਰੀਦ ਕੀਮਤਾਂ ਦੀ ਹੱਦ ਤੈਅ ਕਰਨ ਦੇ ਲਈ ਵਿਧਾਨ ਸਭਾ ਦੇ ਵਿੱਚ ਨਵਾਂ ਕਾਨੂੰਨ ਲਿਆਂਦਾ ਜਾਵੇ। ਉਧਰ ਕੇਂਦਰ ਦੀਆਂ ਵਿੱਤੀ ਸਕੀਮਾਂ ਦੇ ਬਾਵਜੂਦ ਨਵਿਆਉਣਯੋਗ ਊਰਜਾ ਦੀ ਵਰਤੋਂ ਨਹੀਂ ਹੋ ਰਹੀ। ਦਿੱਲੀ ਮਾਡਲ ਦੀ ਨਕਲ ਕੀਤੀ ਤਾਂ ਪੰਜਾਬ ਨੂੰ ਘੱਟ ਸਬਸਿਡੀ ਮਿਲੇਗੀ। ਨਿੱਜੀ ਥਰਮਲ ਪਲਾਂਟਾਂ ਨੂੰ ਮੁਨਾਫਾ ਪਹੁੰਚਾਉਣ ਦੀ ਬਜਾਏ ਲੋਕਾਂ ਦੀ ਭਲਾਈ ਦੇ ਲਈ ਖਰਚ ਕੀਤਾ ਜਾਵੇ।
ਤਾਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਕਿਤੇ ਨਾ ਕਿਤੇ ਆਪਣੀ ਸਰਕਾਰ ਨੂੰ ਘੇਰਿਆ ਜਾ ਰਿਹਾ, ਜੋ ਸਰਕਾਰ ਨੇ ਫੈਸਲੇ ਲਏ ਨੇ। ਤੇ ਇਸ ਸਭ ਦੇ ਵਿਚਾਲੇ ਰਾਜਕੁਮਾਰ ਵੇਰਕਾ ਕੀ ਕਹਿ ਰਹੇ ਨੇ ਉਹ ਤੁਹਾਨੂੰ ਸੁਣਾਵਾਂਗੇ। ਕਿਹਾ ਨਹੀਂ ਨਵਜੋਤ ਸਿੰਘ ਸਿੱਧੂ ਨੂੰ ਵੀ ਚਾਰਜ ਲੈ ਲੈ, ਜੇ ਉਹਦੇ ਕੋਲ ਕੋਈ ਹੈਗਾ ਹੈ ਇਹੋ ਜਿਹਾ ਕੋਈ ਫਾਰਮੂਲਾ ਤੇ ਕਿਉਂ ਨਹੀਂ ਲਾਗੂ ਕਰਨਾ ਚਾਹੁੰਦੇ ਹੋ? ਉਹ ਪਾਵਰ ਦਾ ਚਾਰਜ ਲੈ ਲੈਣ, ਅੱਜ ਵੀ ਲੈ ਲੈਣ, ਲੈ ਕੇ ਗੱਲ ਕਹਿਣ ਕਿ ਲੋ ਜੀ ਮੇਰੇ ਕੋਲ ਇਹ ਫਾਰਮੂਲਾ ਹੈ ਤੇ ਕਰ ਲੈਣ ਲਾਗੂ। 1.5 ਸਾਲ ਤੋਂ ਕਿਉਂ ਦੇਖ ਰਹੇ ਇਸ ਗੱਲ ਨੂੰ? ਤਾਂ ਰਾਜਕੁਮਾਰ ਵੇਰਕਾ ਦੇ ਤੇਵਰ ਤਲਖ ਨਜ਼ਰ ਜ਼ਰੂਰ ਆਏ ਨੇ, ਜਿਸ ਤਰੀਕੇ ਨਾਲ ਸਿੱਧੂ ਲਗਾਤਾਰ ਹਮਲਾਵਰ ਨੇ। ਅੱਗੇ ਵਧਦਿਆਂ ਤੇ ਗੱਲ ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੀ। ਆਮ ਲੋਕ ਤਾਂ ਪਰੇਸ਼ਾਨੀ ਨੇ, ਉਧਰੋਂ ਸਿਆਸਤ ਵੀ ਖੂਬ ਹੋ ਰਹੀ ਹੈ। ਸੰਗਰੂਰ ਦੇ ਵਿੱਚ ਯੂਥ ਕਾਂਗਰਸ ਨੇ ਸਕੂਟੀ ਨੂੰ ਅੱਗ ਲਗਾ ਕੇ ਪੈਟਰੋਲ ਦੇ ਰੇਟਾਂ ਦੇ ਖਿਲਾਫ ਪ੍ਰਦਰਸ਼ਨ ਕੀਤਾ ਤੇ ਸਰਕਾਰ ਤੇ ਨਿਸ਼ਾਨੇ ਸਾਧੇ। ਸਕੂਟੀ ਨੂੰ ਅੱਗ ਲਗਾ ਕੇ ਵਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਖਿਲਾਫ ਰੋਸ ਦਰਜ ਕਰਵਾਇਆ ਜਾ ਰਿਹਾ ਹੈ। ਪੰਜਾਬ 'ਚ ਪੈਟਰੋਲ 100 ਦੇ ਪਾਰ ਪਹੁੰਚ ਗਿਆ। ਮਹਿੰਗੇ ਤੇਲ ਨੇ ਲੋਕਾਂ ਦੀਆਂ ਜੇਬਾਂ ਤੇ ਡਾਕਾ ਪਾ ਦਿੱਤਾ ਹੈ। ਜੂਨ ਮਹੀਨੇ ਗਰਮੀ ਨਾਲ ਪਹਿਲਾਂ ਹੀ ਲੋਕ ਬੇਹਾਲ ਨੇ, ਉੱਪਰੋਂ 100 ਦੇ ਪਾਰ ਪਹੁੰਚੀ ਪੈਟਰੋਲ ਦੀ ਕੀਮਤ ਲੋਕਾਂ ਦਾ ਭਾਰਾ ਹੋਰ ਵਧਾ ਰਹੀ ਹੈ। ਕੋਰੋਨਾ ਕਾਲ 'ਚ ਉਂਝ ਹੀ ਲੋਕਾਂ ਦਾ ਕਾਰੋਬਾਰ ਠੱਪਿਆ, ਉੱਪਰੋਂ ਲਗਾਤਾਰ ਵਧ ਰਹੀ ਮਹਿੰਗਾਈ ਨੇ ਲੋਕਾਂ ਦੇ ਵੱਟ ਕਰ ਦਿੱਤੇ ਨੇ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਸਾਰੇ ਰਿਕਾਰਡ ਤੋੜ ਰਹੀਆਂ। ਆਮ ਲੋਕ ਤਾਂ ਮਹਿੰਗਾਈ ਤੋਂ ਪਰੇਸ਼ਾਨ ਹੀ ਨੇ, ਵਿਰੋਧੀਆਂ ਨੂੰ ਵੀ ਸਰਕਾਰ ਨੂੰ ਘੇਰਨ ਦਾ ਮੌਕਾ ਮਿਲ ਗਿਆ। ਸੰਗਰੂਰ 'ਚ ਯੂਥ ਕਾਂਗਰਸ ਵੱਲੋਂ ਤਪਦੀ ਦੁਪਹਿਰ 'ਚ ਸਕੂਟੀ ਨੂੰ ਅੱਗ ਲਗਾ ਕੇ ਤੇਲ ਦੀਆਂ ਕੀਮਤਾਂ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ 100 ਦੇ ਪਾਰ ਪਹੁੰਚਿਆ ਤੇਲ ਤਾਂ ਖਰੀਦਿਆ ਨਹੀਂ ਜਾਂਦਾ, ਸਕੂਟੀ ਦਾ ਕਰਨਾ ਕੀ ਹੈ। ਸਾਡਾ ਸਕੂਟਰੀ ਫੂਕ ਕੇ ਕੋਈ ਮਕਸਦ ਸੀਗਾ ਵੀ ਆਮ ਲੋਕਾਂ ਨੂੰ ਅਸੀਂ ਹੈਰਾਨ ਨਾ ਕਰੀਏ, ਪਰ ਮਜਬੂਰਨ ਸਾਨੂੰ ਕਿਤੇ ਨਾ ਕਿਤੇ ਸਕੂਟਰੀ ਫੂਕਣੀ ਪਈ। ਆਮ ਇਹਨਾਂ ਨੂੰ ਅਸੀਂ ਘਰੇ ਰੱਖ ਕੇ 100 ਤੋਂ ਪਲੱਸ ਪੈਟਰੋਲ ਹੋ ਗਿਆ, ਕਰੀਏ ਤਾਂ ਕੀ ਕਰੀਏ। ਮੇਰੇ ਪਿੰਡ ਦੇ ਵਿੱਚ ਆਪ 50 ਸਕੂਟਰੀਆਂ ਹੁਣ ਬੈਟਰੀ ਵਾਲੀਆਂ ਆ ਚੁੱਕੀਆਂ ਨੇ। ਅੱਕੇ ਪਏ ਨੇ ਲੋਕ, ਇਹਨਾਂ ਨੂੰ ਸਾਰੇ ਘਰੇ ਖੂੰਜਾਂ ਚ ਲਾਇਆ ਪਿਆ, ਜਾਂ ਤੂੜੀ ਵਾਲੇ ਘਰੇ ਖੜੇ ਨੇ, ਤਾਂ ਅਸੀਂ ਕਰੀਏ ਕੀ ਕਰੀਏ। ਅਸੀਂ ਕੋਈ ਇਹ ਨਹੀਂ ਕਹਿੰਦੇ ਵੀ ਬਹੁਤੇ ਤਕੜੇ ਆ ਵੀ ਯੂਥ ਕਾਂਗਰਸ ਇੱਕ ਚੱਕ ਕੇ ਅੱਗ ਲਾ ਕੇ ਵੀ ਆਪੋ ਆਪਦੇ ਘਰਾਂ 'ਚ ਪਏ ਸਾਰੇ ਸਕੂਟਰ ਮੋਟਰਸਾਈਕਲ ਫੂਕ ਦਿਓ, ਪਰ ਫਿਰ ਵੀ ਸਾਡੇ ਜੇ ਇੱਕ ਛੋਟੇ ਜਿਹੇ ਉਪਰਾਲੇ ਨਾਲ ਆਮ ਲੋਕ ਸੜਕਾਂ ਤੇ ਉਤਰ ਕੇ ਮੋਦੀ ਨੂੰ ਸਵਾਲ ਪੁੱਛਣ ਤਾਂ ਇਹ ਕੰਮ ਚੰਗਾ ਹੈ। ਕੀਮਤ ਇੰਨੀਆਂ ਵੱਧ ਗਈਆਂ ਆਪਣੇ ਪੈਟਰੋਲ ਡੀਜ਼ਲ ਦੀਆਂ, ਮਤਲਬ ਹੁਣ ਜਦੋਂ ਇਹ 'ਚ ਪਵਾ ਕੇ ਅਸੀਂ ਤੁਰ ਫਿਰ ਹੀ ਨਹੀਂ ਸਕਦੇ, ਫਿਰ ਇਹਨੂੰ ਰੱਖਣ ਦਾ ਵੀ ਕੀ ਫਾਇਦਾ। ਮਤਲਬ ਮਹਿੰਗਾਈ ਇੰਨੀ ਵੱਧ ਚੁੱਕੀ ਆ ਕਿ ਅਸੀਂ ਇਹਨੂੰ ਨਹੀਂ ਕਿਤੇ ਖੱਬੇ ਸੱਜੇ ਲਿਜਾ ਸਕਦੇ। ਫਿਰ ਹੁਣ ਫੂਕ ਕੇ ਹੀ ਸਰਕਾਰ ਨੂੰ ਦੱਸਾਂਗੇ ਵੀ ਅਸੀਂ ਇਹਨਾਂ ਤੋਂ ਕਰਾਉਣਾ ਕੀ, ਜੇ ਤੁਸੀਂ ਤੇਲ ਹੀ ਨਹੀਂ, ਅਸੀਂ ਸਸਤਾ ਹੀ ਨਹੀਂ ਹੈਗਾ ਤੇਲ 'ਚ ਪਾ ਕੇ ਇਹਨਾਂ ਨੂੰ ਲਿਜਾ ਹੀ ਨਹੀਂ ਸਕਦੇ ਕਿਤੇ, ਅਸੀਂ ਕੀ ਕਰਾਉਣਾ ਇਹਨਾਂ ਤੋਂ? ਫੂਕਾਂਗੇ ਇਹਨਾਂ ਨੂੰ ਜੀ, ਜਾਂ ਕਿੱਲਿਆਂ ਤੇ ਟੰਗਾਂਗੇ ਇਹਨਾਂ ਨੂੰ, ਹੋਰ ਕੀ ਕਰਨਾ ਇਹਨਾਂ ਨੂੰ। ਮਈ ਮਹੀਨੇ ਤੋਂ ਹੀ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਅਤੇ ਗ੍ਰਾਫ ਲਗਾਤਾਰ ਉੱਪਰ ਵੱਲ ਨੂੰ ਵਧਦਾ ਜਾ ਰਿਹਾ ਹੈ। ਕੋਰੋਨਾ ਦੀ ਮਾਰ ਚੱਲ ਰਹੇ ਲੋਕਾਂ ਨੂੰ ਸਰਕਾਰ ਵੱਲੋਂ ਰਾਹਤ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਸੰਗਰੂਰ ਤੋਂ ਚਰਨਜੀਤ ਕੌਸ਼ਲ, ਬਿਊਰੋ ਰਿਪੋਰਟ, ਨਿਊਜ਼ 18।